ਕਦੇ ਸੋਚਿਆ ਹੈ ਕਿ ਸਾਡੀ ਇਹ ਜੋ ਗਿਣਤੀ-ਮਿਣਤੀ ਵਾਲੀ ਦੁਨੀਆ ਹੈ, ਇਸ ਤੋਂ ਪਾਰ ਕੀ ਹੈ? ਜਪਜੀ ਸਾਹਿਬ ਦੀਆਂ ਇਹ ਪਾਵਨ ਤੁਕਾਂ ਸਾਨੂੰ ਇੱਕ ਅਜਿਹੇ ਸਫ਼ਰ ਤੇ ਲੈ ਕੇ ਜਾਂਦੀਆਂ ਨੇ, ਜਿੱਥੇ ਅਸੀਂ ਬੇਅੰਤ ਰਚਨਾ ਦਾ ਤੇ ਆਪਣੀ ਇਨਸਾਨੀ ਸੋਚ ਦੀਆਂ ਹੱਦਾਂ ਦਾ ਸਾਹਮਣਾ ਕਰਦੇ ਹਾਂ। ਸੱਚੀ, ਇਹ ਇੱਕ ਐਸਾ ਵਿਸ਼ਾ ਹੈ ਜੋ ਸਾਨੂੰ ਇਸ ਕੁਦਰਤ ਦੀ ਵਿਸ਼ਾਲਤਾ ਦੇਖ ਕੇ ਹੈਰਾਨ ਹੋਣ ਲਈ ਮਜਬੂਰ ਕਰ ਦਿੰਦਾ ਹੈ। ਅੱਛਾ, ਤਾਂ ਇਸ ਸਾਰੀ ਗੱਲਬਾਤ ਦਾ ਜੋ ਕੇਂਦਰ ਹੈ, ਉਹ ਹੈ ਇੱਕ ਸ਼ਬਦ, ਅਸੰਖ। ਹੁਣ ਦੇਖੋ, ਇਹ ਸਿਰਫ ਕੋਈ ਵੱਡਾ ਨੰਬਰ ਨਹੀਂ ਹੈ, ਜਿਵੇਂ ਲੱਖਾਂ, ਕਰੋੜਾਂ, ਨਹੀਂ। ਇਹ ਤਾਂ ਸਾਡੀ ਗਿਣਤੀ ਕਰਨ ਦੀ ਕਾਬਲੀਅਤ ਤੇ ਹੀ ਇੱਕ ਸਵਾਲੀਆ ਨਿਸ਼ਾਨ ਹੈ। ਇੱਕ ਖਿਆਲ ਹੈ ਕਿ ਕੁਝ ਚੀਜ਼ਾਂ ਐਸੀਆਂ ਨੇ ਜੋ ਸਾਡੇ ਮਾਪ-ਤੋਲ, ਸਾਡੀ ਸਮਝ ਤੋਂ ਹਮੇਸ਼ਾ ਲਿਵਾਰ ਰਹਿਣਗੀਆਂ। ਤੇ ਜਦੋਂ ਅਸੀਂ ਇਹ ਗੱਲ ਮੰਨ ਲੈਂਦੇ ਹਾਂ, ਸਮਝ ਲੈਂਦੇ ਹਾਂ, ਸਮਝੋ ਕਿ ਅਸੀਂ ਸਹੀ ਰਸਤੇ ਤੇ ਪਹਿਲਾ ਕਦਮ ਰੱਖ ਲਿਆ। ਅਸੀਂ ਤਾਂ ਇੱਕ ਐਸੇ ਜ਼ਮਾਨੇ ਵਿੱਚ ਰਹਿ ਰਹੇ ਹਾਂ ਜਿੱਥੇ ਹਰ ਚੀਜ਼ ਡੇਟਾ ਹੈ। ਹਰ ਕਲਿੱਕ, ਹਰ ਧੜਕਨ, ਹਰ ਸੋਚ, ਸਭ ਨੂੰ ਡੇਟਾ ਵਿੱਚ ਬਦਲਿਆ ਜਾ ਰਿਹਾ ਹੈ। ਪਰ ਸੋਚੋ, ਉਦੋਂ ਕੀ ਹੁੰਦਾ ਹੈ ਜਦੋਂ ਸਾਡਾ ਵਾਹ ਇੱਕ ਐਸੀ ਹਕੀਕਤ ਨਾਲ ਪੈਂਦਾ ਹੈ ਜਿਸ ਨੂੰ ਕਿਸੇ ਐਲਗੋਰਿਦਮ ਵਿੱਚ, ਕਿਸੇ ਕੰਪਿਊਟਰ ਵਿੱਚ ਫਿੱਟ ਹੀ ਨਹੀਂ ਕੀਤਾ ਜਾ ਸਕਦਾ। ਇਹ ਸਦੀਆਂ ਪੁਰਾਣਾ ਗਿਆਨ ਸਾਡੀ ਅੱਜ ਦੀ ਮਾਡਰਨ ਸੋਚ ਦੀਆਂ ਨੀਵਾਂ ਨੂੰ ਕਿਵੇਂ ਹਿਲਾ ਕੇ ਰੱਖ ਦਿੰਦਾ ਹੈ? ਤਾਂ ਫਿਰ ਇਸ ਬੇਅੰਤਤਾ ਨੂੰ ਸਮਝਣ ਲਈ ਬਾਣੀ ਸਾਨੂੰ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੇ ਦੋ ਪੱਖੀ ਸੁਭਾਅ ਨੂੰ ਦਿਖਾਉਂਦੀ ਹੈ। ਯਾਨੀ ਕਿ ਇੱਥੇ ਸਿਰਫ ਚੰਗਿਆਈ ਹੀ ਅਣਗਿਣਤ ਨਹੀਂ, ਬਲਕਿ ਬੁਰਾਈ ਦਾ ਫੈਲਾਅ ਵੀ ਓਨਾ ਹੀ ਵੱਡਾ, ਓਨਾ ਹੀ ਵਿਸ਼ਾਲ ਹੈ। ਇੱਕ ਪਾਸੇ ਜੇ ਦੇਖੀਏ ਤਾਂ ਨੇਕੀ ਦਾ ਇੱਕ ਅਥਾਹ ਸਮੁੰਦਰ ਲਹਿਰਾ ਰਿਹਾ ਹੈ। ਜ਼ਰਾ ਸੋਚ ਕੇ ਦੇਖੋ, ਅਣਗਿਣਤ ਉਹ ਰੂਹਾਂ ਜੋ ਰੱਬੀ ਗਿਆਨ ਵਿੱਚ ਡੁੱਬੀਆਂ ਹੋਈਆਂ ਨੇ, ਅਣਗਿਣਤ ਉਹ ਦਾਤਾਰ ਜਿਨ੍ਹਾਂ ਦੇ ਹੱਥ ਹਮੇਸ਼ਾ ਦੂਜਿਆਂ ਦੀ ਮਦਦ ਲਈ ਖੁੱਲੇ ਰਹਿੰਦੇ ਨੇ, ਅਣਗਿਣਤ ਉਹ ਸੂਰਮੇ ਜੋ ਸੱਚ ਲਈ ਲੋਹੇ ਨਾਲ ਟਕਰਾ ਜਾਂਦੇ ਨੇ, ਤੇ ਅਣਗਿਣਤ ਉਹ ਸ਼ਾਂਤ ਰਿਸ਼ੀ ਜਿਨ੍ਹਾਂ ਦੀ ਚੁੱਪ ਵੀ ਇੱਕ ਡੂੰਘੇ ਸਿਮਰਨ ਵਰਗੀ ਹੈ। ਪਰ ਸਿੱਕੇ ਦਾ ਦੂਜਾ ਪਾਸਾ ਵੀ ਓਨਾ ਹੀ ਸੱਚ ਹੈ, ਤੇ ਗੁਰਬਾਣੀ ਬਿਨਾਂ ਕਿਸੇ ਝਿਜਕ ਦੇ ਸਾਨੂੰ ਉਹ ਵੀ ਦਿਖਾਉਂਦੀ ਹੈ। ਬੁਰਾਈ ਦੀ ਹੋਂਦ ਵੀ ਅਸੀਮ ਹੈ। ਮਹਾਮੂਰਖਾਂ ਦੀਆਂ ਫੌਜਾਂ, ਦੂਜਿਆਂ ਦਾ ਹੱਕ ਮਾਰਨ ਵਾਲੇ, ਤਾਕਤ ਦੇ ਨਸ਼ੇ ਵਿੱਚ ਅੰਨੇ ਹੋਏ ਹਾਕਮ ਤੇ ਪਾਪ ਦੀ ਦਲਦਲ ਵਿੱਚ ਦੱਸੇ ਹੋਏ ਲੋਕ, ਉਹ ਵੀ ਅਣਗਿਣਤ ਨੇ। ਇਸ ਸ੍ਰਿਸ਼ਟੀ ਦੀ ਕੱਚੀ, ਬਿਨਾਂ ਕਿਸੇ ਫਿਲਟਰ ਤੋਂ ਅਸਲ ਤਸਵੀਰ ਹੈ। ਹੁਣ ਅਸੀਂ ਇੱਕ ਹੋਰ ਡੂੰਘੇ ਪੱਧਰ ਤੇ ਪਹੁੰਚਦੇ ਹਾਂ। ਦੇਖੋ, ਗੱਲ ਸਿਰਫ ਇਹ ਨਹੀਂ ਕਿ ਚੀਜ਼ਾਂ ਗਿਣਤੀ ਤੋਂ ਬਾਹਰ ਨੇ। ਅਸਲ ਚੁਣੌਤੀ ਤਾਂ ਇਹ ਹੈ ਕਿ ਸਾਡੇ ਸ਼ਬਦ, ਸਾਡੀ ਬੋਲੀ ਇਸ ਬੇਅੰਤ ਹਕੀਕਤ ਨੂੰ ਬਿਆਨ ਕਰਨ ਲਈ ਬਹੁਤ ਛੋਟੇ ਪੈ ਜਾਂਦੇ ਨੇ। ਜਦੋਂ ਅਸੀਂ ਅਸੰਖ ਕਹਿੰਦੇ ਹਾਂ ਤਾਂ ਇਹ ਵੀ ਉਸ ਅਸੀਮਿਤਾ ਨੂੰ ਇੱਕ ਸੀਮਾ ਵਿੱਚ ਬੰਨ੍ਹਣ ਦੀ ਕੋਸ਼ਿਸ਼ ਹੀ ਹੈ। ਤੇ ਇਹ ਬੇਅੰਤਤਾ ਸਿਰਫ ਇਸ ਧਰਤੀ ਦੇ ਜੀਵਾਂ ਤੱਕ ਹੀ ਨਹੀਂ ਰੁਕਦੀ, ਨਹੀਂ, ਇਹ ਤਾਂ ਪੂਰੇ ਬ੍ਰਹਿਮੰਡ ਦੇ ਵਿੱਚ ਫੈਲੀ ਹੋਈ ਹੈ। ਅਣਗਿਣਤ ਨਾਮ ਨੇ, ਅਣਗਿਣਤ ਥਾਵਾਂ ਨੇ, ਤੇ ਜ਼ਰਾ ਸੋਚੋ, ਅਣਗਿਣਤ ਐਸੀਆਂ ਦੁਨੀਆਂ ਨੇ ਜਿਨ੍ਹਾਂ ਬਾਰੇ ਅਸੀਂ ਕਲਪਨਾ ਤੱਕ ਨਹੀਂ ਕਰ ਸਕਦੇ, ਸਾਡੀ ਪਹੁੰਚ ਤੋਂ, ਸਾਡੀ ਸੋਚ ਤੋਂ ਕੋਹਾਂ ਦੂਰ। ਇਸੇ ਕਰਕੇ ਬਾਣੀ ਇੱਕ ਬਹੁਤ ਸਾਫ਼ ਸਿੱਟਾ ਦਿੰਦੀ ਹੈ ਕਿ ਇਸ ਅਣਗਿਣਤ ਦਾ ਹਿਸਾਬ-ਕਿਤਾਬ ਕਰਨ ਦੀ ਕੋਸ਼ਿਸ਼ ਕਰਨਾ, ਇਸ ਨੂੰ ਸ਼ਬਦਾਂ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਨਾ, ਆਪਣੇ ਹੀ ਸਿਰ ਤੇ ਇੱਕ ਬਹੁਤ ਵੱਡਾ ਭਾਰ ਚੁੱਕਣ ਦੇ ਬਰਾਬਰ ਹੈ। ਇਹ ਇੱਕ ਐਸਾ ਰਸਤਾ ਹੈ ਜਿਸ ਦੀ ਕੋਈ ਮੰਜ਼ਿਲ ਹੀ ਨਹੀਂ। ਹੁਣ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਸਾਡੀ ਬੋਲੀ, ਸਾਡੀ ਭਾਸ਼ਾ ਬੇਕਾਰ ਹੈ, ਬਿਲਕੁਲ ਨਹੀਂ। ਉਸਤਤ ਕਰਨ ਲਈ, ਗਿਆਨ ਲੈਣ ਲਈ ਸਾਨੂੰ ਸ਼ਬਦਾਂ ਦੀ ਤਾਂ ਲੋੜ ਹੈ, ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਸਾਡੇ ਸ਼ਬਦ ਇਸ ਤਰ੍ਹਾਂ ਨੇ ਜਿਵੇਂ ਕੋਈ ਸਮੁੰਦਰ ਨੂੰ ਇੱਕ ਗਲਾਸ ਵਿੱਚ ਭਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਹਾਂ, ਝਲਕ ਜ਼ਰੂਰ ਮਿਲ ਸਕਦੀ ਹੈ, ਪਰ ਪੂਰੀ ਗਹਿਰਾਈ ਨੂੰ ਕਦੇ ਵੀ ਨਹੀਂ ਸਮਾਇਆ ਜਾ ਸਕਦਾ। ਤਾਂ ਫਿਰ ਜਦੋਂ ਬਾਹਰ ਦੀ ਦੁਨੀਆ ਨੂੰ ਮਾਪਣ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਉਦੋਂ ਬਾਣੀ ਇੱਕ ਬਹੁਤ ਹੀ ਕ੍ਰਾਂਤੀਕਾਰੀ ਮੋੜ ਲੈਂਦੀ ਹੈ। ਜਵਾਬ ਬਾਹਰ ਲੱਭਣ ਵਿੱਚ ਨਹੀਂ ਹੈ, ਜਵਾਬ ਤਾਂ ਅੰਦਰ ਛਾਤੀ ਮਾਰਨ ਵਿੱਚ ਹੈ। ਅਸਲ ਲੜਾਈ ਬ੍ਰਹਮੰਡੂ ਨੂੰ ਸਮਝਣ ਦੀ ਨਹੀਂ, ਸਗੋਂ ਆਪਣੇ ਮਨ ਨੂੰ ਸਾਫ਼ ਕਰਨ ਦੀ ਹੈ। ਇਸ ਗੱਲ ਨੂੰ ਸਮਝਾਉਣ ਲਈ ਇੱਕ ਬਹੁਤ ਹੀ ਸੋਹਣੀ ਤੇ ਸਧਾਰਨ ਮਿਸਾਲ ਦਿੱਤੀ ਗਈ ਹੈ। ਦੇਖੋ, ਜਿਸ ਤਰ੍ਹਾਂ ਸਰੀਰ ਤੇ ਲੱਗੀ ਮੈਲ ਪਾਣੀ ਨਾਲ ਸਾਫ਼ ਹੁੰਦੀ ਹੈ ਤੇ ਕੱਪੜਿਆਂ ਦੀ ਮੈਲ ਸਾਬੁਣ ਨਾਲ, ਠੀਕ ਉਸੇ ਤਰ੍ਹਾਂ ਪਾਪਾਂ ਨਾਲ ਭਰਿਆ ਹੋਇਆ ਮਨ ਸਿਰਫ ਤੇ ਸਿਰਫ ਪ੍ਰਭੂ ਦੇ ਨਾਮ ਦੇ ਪਿਆਰ ਨਾਲ ਹੀ ਧੋਤਾ ਜਾ ਸਕਦਾ ਹੈ। ਇਹ ਇੱਕ ਬਹੁਤ ਗਹਿਰੀ ਰੂਹਾਨੀ ਸੱਚਾਈ ਨੂੰ ਸਾਡੀ ਰੋਜ਼ ਦੀ ਜ਼ਿੰਦਗੀ ਨਾਲ ਜੋੜ ਦਿੰਦੀ ਹੈ। ਤੇ ਇਸ ਅੰਦਰੂਨੀ ਸਫਾਈ ਦਾ ਰਸਤਾ ਵੀ 3 ਪੜਾਵਾਂ ਵਿੱਚ ਦੱਸਿਆ ਗਿਆ ਹੈ। ਪਹਿਲਾ, ਪੂਰੇ ਧਿਆਨ ਨਾਲ, ਪੂਰੇ ਏਕਾਗਰ ਹੋ ਕੇ ਪ੍ਰਭੂ ਦੇ ਨਾਮ ਨੂੰ ਸੁਣਨਾ। ਦੂਜਾ, ਜੋ ਸੁਣਿਆ ਹੈ ਉਸ ਤੇ ਸ਼ੱਕ ਨਹੀਂ ਕਰਨਾ, ਬਲਕਿ ਮਨ ਵਿੱਚ ਉਸ ਨੂੰ ਮੰਨਣਾ, ਉਸ ਤੇ ਯਕੀਨ ਕਰਨਾ। ਤੇ ਤੀਜਾ ਤੇ ਸਭ ਤੋਂ ਜ਼ਰੂਰੀ ਕਦਮ, ਉਸ ਯਕੀਨ ਨੂੰ ਆਪਣੇ ਦਿਲ ਵਿੱਚ ਪਿਆਰ ਦਾ ਰੂਪ ਦੇਣਾ। ਇਹ ਅੰਦਰੂਨੀ ਸਫਾਈ ਇੰਨੀ ਜ਼ਰੂਰੀ ਕਿਉਂ ਹੈ? ਕਿਉਂਕਿ
ਪੁੰਨ ਤੇ ਪਾਪ ਸਿਰਫ ਖਾਲੀ ਲੇਬਲ ਨਹੀਂ ਹਨ। ਸਾਡਾ ਹਰ ਕੰਮ ਜੋ ਸਾਡੇ ਮਨ ਦੀ ਹਾਲਤ ਤੋਂ ਪੈਦਾ ਹੁੰਦਾ ਹੈ, ਉਹ ਸਾਡੀ ਰੂਹ ਤੇ ਇੱਕ ਛਾਪ ਛੱਡ ਜਾਂਦਾ ਹੈ, ਜਿਸ ਨੂੰ ਸੰਸਕਾਰ ਕਹਿੰਦੇ ਨੇ। ਤੇ ਇਹ ਇੱਕ ਅਟਲ ਨਿਯਮ ਹੈ ਕਿ ਜੋ ਬੀਜਿਆ ਜਾਵੇਗਾ ਉਹੀ ਵੱਢਣਾ ਪਵੇਗਾ। ਸਾਡੇ ਕਰਮ ਹੀ ਸਾਡੀ ਕਿਸਮਤ ਬਣ ਕੇ ਸਾਡੇ ਨਾਲ-ਨਾਲ ਚੱਲਦੇ ਨੇ। ਇਸ ਸਾਰੇ ਸਫ਼ਰ ਤੋਂ ਬਾਅਦ ਅਸੀਂ ਆਖਰੀ ਸਿੱਟੇ ਤੇ ਪਹੁੰਚਦੇ ਹਾਂ। ਅਸਲ ਗਿਆਨ ਸਾਰੇ ਜਵਾਬ ਲੱਭ ਲੈਣ ਵਿੱਚ ਨਹੀਂ ਹੈ, ਬਲਕਿ ਇਸ ਗੱਲ ਨੂੰ ਨਿਮਰਤਾ ਨਾਲ ਮੰਨ ਲੈਣ ਵਿੱਚ ਹੈ ਕਿ ਕੁਝ ਰਹੱਸ, ਕੁਝ ਭੇਦ ਹਮੇਸ਼ਾ ਇਨਸਾਨੀ ਸਮਝ ਤੋਂ ਪਰੇ ਰਹਿਣਗੇ। ਇਸ ਨੁਕਤੇ ਨੂੰ ਇਸ ਦੇ ਸਿਖਰ ਤੇ ਪਹੁੰਚਾਉਣ ਲਈ ਬਾਣੀ ਉਹ ਸਵਾਲ ਪੁੱਛਦੀ ਹੈ ਜਿਸ ਨੇ ਸਦੀਆਂ ਤੋਂ ਇਨਸਾਨ ਨੂੰ ਉਲਝਾ ਕੇ ਰੱਖਿਆ ਹੈ ਕਿ ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ, ਕਿਹੜੀ ਤਾਰੀਖ, ਕਿਹੜਾ ਦਿਨ, ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਜਦੋਂ ਇਹ ਸਾਰਾ ਬ੍ਰਹਿਮੰਡ ਬਣਿਆ। ਤੇ ਇਸ ਇੱਕ ਸਵਾਲ ਦੇ ਅੱਗੇ ਇਨਸਾਨੀ ਗਿਆਨ ਦੇ ਵੱਡੇ-ਵੱਡੇ ਦਾਅਵੇ ਧਰੇ ਧਰਾਏ ਰਹਿ ਗਏ। ਪੰਡਤਾਂ ਨੇ ਆਪਣੇ ਪੁਰਾਣ ਫਰੋਲੇ, ਪਰ ਉਹਨਾਂ ਨੂੰ ਉਹ ਸਮਾਂ ਨਾ ਲੱਭਾ। ਕਾਜ਼ੀਆਂ ਨੇ ਕੁਰਾਨ ਦੀ ਪੜਚੋਲ ਕੀਤੀ, ਪਰ ਉਹ ਪਲ ਉਹਨਾਂ ਦੀ ਪਕੜ ਵਿੱਚ ਨਾ ਆਇਆ। ਇੱਥੋਂ ਤੱਕ ਕਿ ਧਿਆਨ ਸਮਾਧੀ ਵਿੱਚ ਡੂੰਘੇ ਉਤਰਨ ਵਾਲੇ ਯੋਗੀਆਂ ਨੂੰ ਵੀ ਉਸ ਦਿਨ, ਮਹੀਨੇ ਜਾਂ ਰੁੱਤ ਦਾ ਕੋਈ ਪਤਾ ਨਹੀਂ ਲੱਗ ਸਕਿਆ। ਤਾਂ ਫਿਰ ਜਵਾਬ ਕੀ ਹੈ? ਜਵਾਬ ਹੈਰਾਨ ਕਰਨ ਵਾਲਾ ਹੈ। ਜਵਾਬ ਇਹ ਹੈ ਕਿ ਇਨਸਾਨ ਕੋਲ ਇਸ ਦਾ ਜਵਾਬ ਹੈ ਹੀ ਨਹੀਂ। ਜਿਸ ਸਿਰਜਣਹਾਰ ਨੇ ਇਹ ਸਾਰੀ ਖੇਡ ਰਚੀ ਹੈ, ਇਸ ਦਾ ਭੇਦ ਕੇਵਲ ਤੇ ਕੇਵਲ ਉਹ ਹੀ ਜਾਣਦਾ ਹੈ। ਇਹ ਸਾਡੀ ਬੁੱਧੀ ਦੀ ਹਾਰ ਨਹੀਂ, ਇਹ ਤਾਂ ਸਾਡੀ ਰੂਹਾਨੀ ਸਵੀਕ੍ਰਿਤੀ ਦੀ ਜਿੱਤ ਹੈ। ਇਸ ਲਈ ਅਸਲ ਰਾਸਤਾ ਇਸ ਸ੍ਰਿਸ਼ਟੀ ਦੇ ਖਾਤਿਆਂ ਦਾ ਹਿਸਾਬ-ਕਿਤਾਬ ਕਰਨਾ ਨਹੀਂ ਹੈ, ਸਗੋਂ ਉਸ ਦੀ ਰਜ਼ਾ ਨੂੰ, ਉਸ ਦੇ ਭਾਣੇ ਨੂੰ ਸਿਰ ਮੱਥੇ ਤੇ ਮੰਨਣਾ ਹੈ। ਜ਼ਿੰਦਗੀ ਦੀ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉਸ ਦੇ ਰਹੱਸਮਈ ਹੋਣ ਦਾ ਆਨੰਦ ਮਾਣਨਾ ਹੈ। ਤੇ ਇਹ ਸਾਰੀ ਵਿਚਾਰ ਚਰਚਾ ਇਸ ਇੱਕ ਭਾਵਨਾ ਵਿੱਚ ਆ ਕੇ ਸਿਮਟ ਜਾਂਦੀ ਹੈ ਕਿ ਜੋ ਤੈਨੂੰ ਭਾਉਂਦਾ ਹੈ, ਮਾਲਕਾ, ਉਹੀ ਸਭ ਤੋਂ ਭਲਾ ਕੰਮ ਹੈ। ਹੇ ਨਿਰੰਕਾਰ, ਤੂੰ ਸਦਾ ਥਿਰ ਰਹਿਣ ਵਾਲਾ ਹੈ। ਇਹ ਸਾਨੂੰ ਕਿਸੇ ਜਵਾਬ ਨਾਲ ਨਹੀਂ, ਬਲਕਿ ਇੱਕ ਡੂੰਘੇ ਸਕੂਨ ਅਤੇ ਹੈਰਤ ਦੇ ਅਹਿਸਾਸ ਨਾਲ ਛੱਡ ਜਾਂਦਾ ਹੈ। ਤਾਂ ਸਵਾਲ ਇਹ ਹੈ, ਇਸ ਬੇਅੰਤ ਬ੍ਰਹਿਮੰਡ ਵਿੱਚ ਸਾਡਾ ਅਸਲ ਕੰਮ ਕੀ ਹੈ? ਗਿਣਨਾ ਜਾਂ ਸਿਰਫ ਸ਼ੁਕਰਾਨਾ ਕਰਨਾ?